सतनाम वाहिगुरु साहिब जी। कबीर मरता मरता जग मुआ, मर पे ना जाने कोई। ऐसी मरनी जो मरे, बहुर ना मरना हुए। ऐसी मरनी जो मरे, बहुर ना मरना होए। बेशुमार अथा अगनत अतुलै, ज्यों बुलावो त्यों नानक दास बोले। परम सत्कारयोग गुरु रूप गुरु प्यारे साध संगत जीओ, अज आपां सिख धर्म ते वापरे तीसरे घल्लूकारे बारे आपां विचार करांगे, जो 1 जून 1984 तो लैके 6 जून 1984 तक एक घल्लूकारा जो सिख कौम ते वापरिया, जिस घल्लूकारे नूं आपां तीसरा घल्लूकारा आखदे हां। सो अज आपां इस घल्लू बारे इतिहासिक विचारां करांगे। आओ मन बिरतियां नूं इकागर करदियां होइयां कलगीधर पिता धन गुरु गोबिंद सिंह महाराज जी वालों बख्शिश की हुई प्यार भरी असीस गुरु फतेह नाल सांझ पाओ। सारी आखो जी वाहिगुरु जी का खालसा वाहिगुरु जी की फतेह। जून 1984 का तीसरा घल्लूकारा, जो अपने अंदर बहुत कुछ समेट के बैठा होया है। साडी लीडरशिप दियां जो कमजोरियां सन, ते खाड़कुआं दियां ਸਿੰਘਾਂ दियां जो महान कुर्बानियां अते समय की हुकूमत द्वारा जो किया गया धक्का बेइंसाफियां, इस सारा कुछ ही एक घल्लूकारा अपने अंदर बहुत कुछ बड़ा कीमती सरमाया अपने अंदर समेट के बैठा है। एक गल याद रखना कि हमेशा घल्लूकारे साके उन्हां कौमां ते वापरदे ने जिहड़ियां कौमां जागदियां ने, सुचेत ने, जिहड़ियां कौमां अपने हकां दी मंग करदियां ने। एक घल्लूकारे इस साके उन्हां कौमां ते वापरदे ने ते जिहड़ियां कौमां सिद्धांतां दे नाल समझौता कर लैंदियां ने, जिहड़ियां कौमां समय दे नाल समय दीयां हुकूमतां दे नाल जिहड़ियां कौमां समझौता कर बैठदियां ने, जिहड़ियां कौमां गुलामी नूं प्रवानगी दे दिंदियां ने, कदी भी उन्हां कौमां ते कोई घल्लूकारा नहीं वापरदा। उन्हां कौमां नूं कोई साके नहीं वरताउणे पैंदे। साके वो कौमां वरताउंदियां ने, घल्लूकारे उन्हां कौमां ते वापरदे ने। कतले आम उन्हां कौमां दा हुंदा है जिहड़ियां कौमां जागदियां ने, हकां दीयां मंग करदियां ने,
ਸਿਧਾਂਤਾਂ ਦੇ ਨਾਲ ਜਿਹੜੀਆਂ ਕੌਮਾਂ ਸਮਝੌਤਾ ਨਹੀਂ ਕਰਦੀਆਂ, ਉਹਨਾਂ ਕੌਮਾਂ ਤੇ ਇਹ ਦੁਖਾਂਤ ਵਾਪਰਦਾ ਆਇਆ ਹੈ, ਇਸੇ ਤਰ੍ਹਾਂ ਵਾਪਰਦਾ ਰਹੇਗਾ। ਤੇ ਸਿੱਖ ਕੌਮ ਹੈ, ਇਹ ਹਮੇਸ਼ਾ ਸੰਘਰਸ਼ ਤੋਂ ਨਿਕਲਦੀ ਆਈ ਹੈ। ਬੜੇ ਵਿਖਮ ਪੈਂਡਿਆਂ ਅੰਦਰੋਂ, ਔਖੇ ਰਾਹ ਦੇ ਅੰਦਰੋਂ ਇਹ ਕੌਮ ਨਿਕਲ ਕੇ ਆਉਂਦੀ ਰਹੀ ਹੈ। ਤੀਸਰੇ ਘੱਲੂਘਾਰੇ ਨੂੰ ਵਿਚਾਰਨ ਤੋਂ ਪਹਿਲਾਂ ਜਦੋਂ ਅਸੀਂ ਇੱਕ ਸਦੀ ਦਾ ਇਤਿਹਾਸ ਪੜ੍ਹੀਏ, ਪਿੱਛੇ ਜੋ ਸਦੀ 100 ਸਾਲ ਦੀ ਬਤੀਤ ਹੋਈ ਹੈ, ਸਨ 1900 ਤੋਂ ਲੈ ਕੇ ਸਨ 2000 ਤੱਕ, ਇੱਕ ਸਦੀ ਜੋ 100 ਸਾਲ ਦਾ ਸਮਾਂ ਬਣਦਾ ਹੈ। ਇਸ ਇੱਕ ਸਦੀ ਅੰਦਰ 100 ਸਾਲ ਦੇ ਸਮੇਂ ਅੰਦਰ ਸਿੱਖ ਕੌਮ ਨੂੰ ਵੱਡੇ ਸਾਕਿਆਂ ਅੰਦਰੋਂ, ਵੱਡੇ ਕਤਲੇ ਆਮ ਦੇ ਅੰਦਰੋਂ ਅਤੇ ਵੱਡੇ ਘੱਲੂਘਾਰੇ ਦੇ ਅੰਦਰੋਂ ਗੁਜ਼ਰਨਾ ਪਿਆ ਹੈ। ਇਸ ਇੱਕ ਸਦੀ ਅੰਦਰ 100 ਸਾਲ ਦੇ ਸਮੇਂ ਵਿੱਚ ਆਪ ਇਤਿਹਾਸ ਜਾਣਦੇ ਹੋ ਕਿ 1920 ਅੰਦਰ ਜੋ ਉਹ ਸਮਾਂ ਸੀ, 1920 ਦਾ, 1922 ਦਾ, ਉਹ ਸਮਾਂ ਗੁਜ਼ਰਿਆ ਹੈ ਸਾਕਿਆਂ ਦੇ ਅੰਦਰ। ਗੁਰੂ ਧਾਮਾਂ ਦੀ ਆਜ਼ਾਦੀ ਲਈ ਸਾਕਾ ਨਨਕਾਣਾ ਵਾਪਰਿਆ, ਸਾਕਾ ਪੰਜਾ ਸਾਹਿਬ, ਸਾਕਾ ਤਰਨ ਤਾਰਨ, ਸਾਕਾ ਦਰਬਾਰ ਸਾਹਿਬ। ਗੁਰੂ ਧਾਮਾਂ ਨੂੰ ਆਜ਼ਾਦ ਕਰਾਉਣ ਵਾਸਤੇ ਇਹ ਸਾਕੇ 1920 ਅੰਦਰ, 1922 ਅੰਦਰ, ਇਹਨਾਂ ਸਮਿਆਂ ਦੇ ਅੰਦਰ ਵਾਪਰੇ। ਸਿੱਖਾਂ ਨੇ ਆਪਣਾ ਖੂਨ ਡੋਲ ਕੇ ਆਪਣੇ ਗੁਰੂ ਧਾਮਾਂ ਨੂੰ ਮਹੰਤਾ ਤੋਂ ਆਜ਼ਾਦ ਕਰਵਾਇਆ। ਉਸ ਤੋਂ ਅੱਗੇ ਸਮਾਂ ਬੀਤਿਆ, ਥੋੜਾ ਸਮਾਂ ਹੋਰ ਬੀਤਿਆ ਤੇ ਸਮਾਂ ਦੇਸ਼ ਨੂੰ ਆਜ਼ਾਦ ਕਰਾਉਣ ਦਾ ਆਇਆ। ਦੇਸ਼ ਦੀ ਵੰਡ ਹੋਈ। ਆਜ਼ਾਦੀ ਸਮੇਂ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਦਿੱਤੀਆਂ ਅਤੇ ਸਭ ਤੋਂ ਵਧੇਰੇ ਨੁਕਸਾਨ ਵੀ ਸਿੱਖ ਕੌਮ ਦਾ ਹੋਇਆ, ਜਿੱਥੇ ਕੁਰਬਾਨੀਆਂ ਦਿੱਤੀਆਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ, ਉੱਥੇ ਨਾਲ ਦੀ ਨਾਲ ਜਿਹੜੀ ਵੰਡ ਹੋਈ 47 ਦੇ ਅੰਦਰ ਕਤਲੇ ਆਮ ਹੋਇਆ, ਵੰਡ ਹੋਈ। ਤੇ ਇਸ ਵੰਡ ਦੇ ਦੌਰਾਨ ਬਹੁਤ ਭਾਰੀ ਕੌਮ ਦਾ ਜਾਨੀ ਅਤੇ ਮਾਨੀ ਨੁਕਸਾਨ ਹੋਇਆ। ਜਾਨਾਂ ਵੀ ਬੜੀਆਂ ਗਈਆਂ, ਇੱਜ਼ਤ ਵੀ ਬੜੀ ਲੁੱਟੀ ਗਈ, ਮਾਇਕ ਨੁਕਸਾਨ ਵੀ ਬਹੁਤ ਹੋਇਆ। ਹੁਣ ਇਸ ਤੋਂ ਅਗਲਾ ਸਮਾਂ ਜਿਹੜਾ ਆ ਜਾਂਦਾ ਹੈ, 47 ਤੋਂ ਬਾਅਦ ਜਿਹੜਾ ਦੌਰ ਆ ਜਾਂਦਾ ਹੈ 78 ਦਾ, 84 ਦਾ, 90, 92 ਦਾ। ਹੁਣ ਇਸ ਸਾਰੇ ਦੌਰ ਅੰਦਰ, ਇਹਨਾਂ ਸਾਲਾਂ ਅੰਦਰ ਫਿਰ ਹੋਰ ਇੱਕ ਵਿਖਮ ਪੈਂਡੇ ਦੇ ਅੰਦਰੋਂ, ਕਠਿਨ ਰਾਹ ਦੇ ਅੰਦਰੋਂ, ਬਾਲਦੇ ਹੋਏ ਅੰਗਿਆਰਿਆਂ ਦੇ ਉੱਤੋਂ ਸਿੱਖ ਕੌਮ ਨੂੰ ਫਿਰ ਲੰਘਣਾ ਪਿਆ, ਫਿਰ ਟੁਰਨਾ ਪਿਆ। 84 ਦੇ ਅੰਦਰ ਤੀਸਰਾ ਘੱਲੂਘਾਰਾ ਫਿਰ ਵਾਪਰ ਜਾਂਦਾ ਹੈ। 35-37 ਸਾਲ ਦਾ ਸਮਾਂ 47 ਤੋਂ ਬਾਅਦ ਫਿਰ ਇਹ ਆ ਜਾਂਦਾ ਹੈ। ਫਿਰ ਵਿਖਮ ਹਾਲਾਤਾਂ ਅੰਦਰ ਬੜੇ ਭਾਰੀ ਨੁਕਸਾਨ ਦੇ ਵਿੱਚੋਂ, ਜਾਨੀ ਮਾਨੀ ਨੁਕਸਾਨ ਅੰਦਰੋਂ ਫਿਰ ਸਿੱਖ ਕੌਮ ਨੂੰ ਗੁਜ਼ਰਨਾ ਪੈਂਦਾ ਹੈ। ਹੁਣ 100 ਸਾਲ ਦੇ ਸਮੇਂ ਅੰਦਰ 3 ਇਹੋ ਜਿਹੇ ਵੱਡੇ ਘਟਨਾਕ੍ਰਮ ਵਾਪਰਦੇ ਨੇ। ਗੁਰੂ ਧਾਮਾਂ ਨੂੰ ਆਜ਼ਾਦ ਕਰਾਉਣ ਲਈ ਸਾਕੇ ਵਾਪਰੇ, 47 ਦਾ ਕਤਲੇਆਮ, 84 ਦਾ ਘੱਲੂਘਾਰਾ। ਬੜਾ ਵਿਖਮ ਇਹ ਸਮਾਂ ਸੀ ਜਿਸ ਦੇ ਅੰਦਰੋਂ ਗੁਜ਼ਰਨਾ ਪਿਆ।
ਤੇ ਅੱਜ ਆਪਾਂ ਵਿਚਾਰ ਜੋ ਕਰ ਰਹੇ ਹਾਂ ਤੀਸਰੀ ਘੱਲੂਘਾਰੇ ਬਾਰੇ। ਹੁਣ ਇਸ ਦੀ ਜਿਹੜੀ ਸਾਲ ਹੈ ਉਹ ਪਿਛੋਕੜ ਦੇ ਅੰਦਰ ਜਾ ਕੇ ਜੁੜਦੀ ਹੈ ਕਿ ਘੱਲੂਘਾਰਾ ਕਿਉਂ ਵਾਪਰਿਆ। ਤਿੰਨ ਗੱਲਾਂ ਜੇ ਕਿਸੇ ਸਾਕੇ ਨੂੰ ਘੱਲੂਘਾਰੇ ਨੂੰ ਸਮਝਣਾ ਹੋਵੇ ਤੇ ਹਮੇਸ਼ਾ ਤਿੰਨ ਗੱਲਾਂ ਆਪਣੇ ਦਿਮਾਗ ਵਿੱਚ ਰੱਖਣੀਆਂ ਪੈਂਦੀਆਂ ਨੇ। ਸੁਰਤ ਵਿੱਚ ਤਿੰਨ ਗੱਲਾਂ ਹੋਣ, ਫਿਰ ਅਸੀਂ ਪੂਰਨ ਤੌਰ ਤੇ ਕਿਸੇ ਸਾਕੇ ਨੂੰ ਘੱਲੂਘਾਰੇ ਨੂੰ ਸਮਝ ਸਕਦੇ ਹਾਂ। ਹੁਣ ਇੱਥੇ ਅਰਜ਼ ਕਰਾਂ ਕਿ ਸਾਕੇ ਤੇ ਘੱਲੂਘਾਰੇ ਦੇ ਵਿੱਚ ਅੰਤਰ ਹੈ, ਫਰਕ ਹੈ। ਸਿੱਖ ਕੌਮ ਅੰਦਰ ਤਿੰਨ ਘੱਲੂਘਾਰੇ ਵਾਪਰੇ ਨੇ ਅਤੇ ਸਾਕੇ ਬਹੁਤ ਵਾਪਰੇ ਨੇ। ਹੁਣ ਸਾਕੇ ਅੰਦਰ ਤੇ ਘੱਲੂਘਾਰੇ ਦੇ ਅੰਦਰ ਫਰਕ ਹੈ, ਅੰਤਰ ਹੈ। ਸਾਕਾ ਉਹ ਜੋ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦੀ ਸ਼ਹਾਦਤ ਨੂੰ ਅਸੀਂ ਸਾਕਾ ਕਹਿੰਦੇ ਹਾਂ, ਜਿਸ ਦੇ ਅੰਦਰ ਸ਼ਾਂਤਮਈ ਰਹਿ ਕੇ ਹਥਿਆਰ ਚੁੱਕਣ ਤੋਂ ਬਿਨਾਂ ਸ਼ਹੀਦੀ ਦੇਣੀ, ਕਿਸੇ ਉੱਚੇ ਆਦਰਸ਼ ਵਾਸਤੇ, ਉੱਚੇ ਅਸੂਲਾਂ ਵਾਸਤੇ, ਸਿਧਾਂਤ ਵਾਸਤੇ ਕੁਰਬਾਨ ਹੋਣਾ, ਉਸ ਨੂੰ ਸਾਕਾ ਕਹਿੰਦੇ ਹਾਂ। ਗੁਰੂ ਅਰਜਨ ਪਾਤਸ਼ਾਹ ਜੀ ਦੀ ਸ਼ਹਾਦਤ ਸਾਕਾ ਹੈ। ਗੁਰੂ ਤੇਗ ਬਹਾਦਰ ਸਿੰਘ ਮਹਾਰਾਜ ਜੀ ਦੀ ਸ਼ਹਾਦਤ ਉਹ ਸਾਕਾ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਹ ਸਾਕਾ ਹੈ। ਭਾਈ ਮਨੀ ਸਿੰਘ, ਤਾਰੂ ਸਿੰਘ, ਐਸੇ ਹੋਰ ਮਹਾਨ ਗੁਰਸਿੱਖ ਜਿਨ੍ਹਾਂ ਨੇ ਸ਼ਾਂਤਮਈ ਰਹਿ ਕੇ ਆਪਣਾ ਆਪ ਕੁਰਬਾਨ ਕੀਤਾ ਹੈ, ਸ਼ਹੀਦੀ ਪਾਈ ਹੈ, ਉਸ ਨੂੰ ਅਸੀਂ ਸਾਕਾ ਕਹਿੰਦੇ ਹਾਂ। ਪਰ ਘੱਲੂਘਾਰੇ ਅਤੇ ਸਾਕੇ ਵਿੱਚ ਇਹ ਅੰਤਰ ਹੈ। ਘੱਲੂਘਾਰੇ ਦਾ ਅਰਥ ਜਦੋਂ ਅਸੀਂ ਵਿਚਾਰੀਏ, ਪੜ੍ਹੀਏ ਕਿ ਮਹਾਨ ਕੋਸ਼ ਅੰਦਰ ਇਸ ਘੱਲੂਘਾਰੇ ਦਾ ਜੋ ਅਰਥ ਹੈ ਉਹ ਹੈ ਤਬਾਹੀ, ਸਰਬਨਾਸ਼, ਤਬਾਹੀ ਕਰ ਦੇਣੀ, ਸਰਬਨਾਸ਼ ਕਰ ਦੇਣਾ। ਹੁਣ ਘੱਲੂਘਾਰਾ ਸਭ ਤੋਂ ਖਤਰਨਾਕ ਹੈ, ਜਿਸ ਦੇ ਅੰਦਰ ਭਾਵਨਾ ਇਹ ਹੁੰਦੀ ਹੈ ਕਿ ਸਭ ਕੁਝ ਤਬਾਹ ਕਰ ਦਿੱਤਾ ਜਾਏ, ਨਾਮੋ ਨਿਸ਼ਾਨ ਮਿਟਾ ਦਿੱਤਾ ਜਾਏ। ਇਸ ਕਰਕੇ 84 ਵਿੱਚ ਜੋ ਕੁਝ ਵਾਪਰਿਆ ਉਸ ਨੂੰ ਨਾਮ ਦਿੱਤਾ ਗਿਆ ਹੈ ਘੱਲੂਘਾਰਾ, ਤੀਸਰਾ ਘੱਲੂਘਾਰਾ, ਕਿ ਜਿਸ ਦੇ ਅੰਦਰ ਇਹ ਯਤਨ ਕੀਤਾ ਗਿਆ ਕਿ ਸਭ ਕੁਝ ਤਬਾਹ ਕਰ ਦਿੱਤਾ ਜਾਏ, ਨਾਮੋ ਨਿਸ਼ਾਨ ਮਿਟਾ ਦਿੱਤਾ ਜਾਏ। ਹੁਣ ਸਿੱਖ ਕੌਮ ਦੇ ਅੰਦਰ ਤਿੰਨ ਘੱਲੂਘਾਰੇ ਵਾਪਰੇ ਨੇ। ਇੱਕ 84 ਅੰਦਰ ਅਖੀਰਲਾ ਘੱਲੂਘਾਰਾ, ਉਸ ਤੋਂ ਪਿੱਛੇ ਦੋ ਘੱਲੂਘਾਰੇ ਵਾਪਰੇ ਨੇ। ਜਿਹੜਾ ਪਹਿਲਾ ਘੱਲੂਘਾਰਾ ਵਾਪਰਿਆ ਹੈ ਉਹ 1746 ਦੇ ਅੰਦਰ, ਛੋਟਾ ਘੱਲੂਘਾਰਾ ਜੋ ਕਾਹਨੂੰਵਾਲ ਦੀ ਸ਼ੰਭ ਅੰਦਰ, ਜੋ ਗੁਰਦਾਸਪੁਰ ਦੇ ਅੰਦਰ ਪੈਂਦਾ ਹੈ, ਉਸ ਦੇ ਅੰਦਰ ਇੱਕ ਘੱਲੂਘਾਰਾ ਵਾਪਰਿਆ ਹੈ। ਜੋ ਵਰਤਾਉਣ ਵਾਲੇ ਨੇ ਉਹ ਜ਼ਕਰੀਆ ਖਾਨ, ਲਖਪਤ ਰਾਏ, ਇਹ ਵਰਤਾਉਣ ਵਾਲੇ ਨੇ ਇੱਕ ਘੱਲੂਘਾਰਾ। ਇਸ ਘੱਲੂਘਾਰੇ ਦੇ ਅੰਦਰ 10,000 ਤੋਂ ਲੈ ਕੇ 15,000 ਤੱਕ ਇੱਕੋ ਵਾਰੀ ਇਸ ਘੱਲੂਘਾਰੇ ਦੇ ਅੰਦਰ ਸਿੱਖ ਕੌਮ ਦੇ ਜਿਹੜੇ ਜੁਝਾਰੂ ਸਨ ਉਹ ਸ਼ਹੀਦ ਹੁੰਦੇ ਨੇ। ਇਸ ਘੱਲੂਘਾਰੇ ਦੇ ਵਿੱਚ ਹਿੱਸਾ ਲੈਣ ਵਾਲੇ 10,000 ਤੋਂ ਲੈ ਕੇ 15,000 ਤੱਕ ਕੌਮੀ ਨੁਕਸਾਨ ਹੁੰਦਾ ਹੈ, ਸਿੰਘ ਸ਼ਹੀਦੀਆਂ ਪਾਉਂਦੇ ਨੇ। ਇਹ ਛੋਟਾ ਘੱਲੂਘਾਰਾ ਸੀ। ਇਸ ਤੋਂ ਅੱਗੇ ਦੂਸਰਾ ਘੱਲੂਘਾਰਾ ਕੁੱਪਰ ਹੀਰੇ ਦੇ ਵਿੱਚ ਵਾਪਰਿਆ ਹੈ। ਇਹ ਘੱਲੂਘਾਰਾ ਵਾਪਰਿਆ ਹੈ 1762 ਅੰਦਰ। ਇਸ ਨੂੰ ਵੱਡਾ ਘੱਲੂਘਾਰਾ ਆਖਿਆ ਗਿਆ ਹੈ ਕਿਉਂਕਿ ਇਹ ਘੱਲੂਘਾਰਾ ਸਮੇਂ ਦੀ ਜਿਹੜੀ ਸਭ ਤੋਂ ਵੱਡੀ ਤਾਕਤਵਰ ਧਿਰ ਸੀ
ਅਬਦਾਲੀ ਉਸ ਦੇ ਵੱਲੋਂ, ਅਹਿਮਦ ਸ਼ਾਹ ਅਬਦਾਲੀ ਉਸ ਦੇ ਵੱਲੋਂ ਇਹ ਘੱਲੂਘਾਰਾ ਵਰਤਾਇਆ ਗਿਆ। ਤੇ ਇਸ ਘੱਲੂਘਾਰੇ ਦੇ ਅੰਦਰ ਇਤਿਹਾਸਕਾਰ ਲਿਖਦੇ ਨੇ ਕਿ 30 ਤੋਂ 40 ਹਜ਼ਾਰ ਤੱਕ ਜਿਹੜੇ ਸਿੰਘ ਨੇ ਉਹ ਸ਼ਹੀਦੀਆਂ ਪਾਉਂਦੇ ਨੇ। 2 ਦਿਨ ਦੇ ਅੰਦਰ ਇੰਨੀ ਭਾਰੀ ਗਿਣਤੀ ਵਿੱਚ ਕੌਮ ਦਾ ਨੁਕਸਾਨ ਹੁੰਦਾ ਹੈ। ਇਹ ਘੱਲੂਘਾਰਾ ਵਾਪਰਦਾ 1762 ਅੰਦਰ, ਪਹਿਲਾ ਵਾਪਰਿਆ 1746 ਅੰਦਰ। ਹੁਣ ਇਹ 2 ਘੱਲੂਘਾਰੇ ਸਨ। ਤੀਸਰਾ ਘੱਲੂਘਾਰਾ ਜੂਨ 1984 ਅੰਦਰ, ਜੂਨ ਦੇ ਪਹਿਲੇ ਹਫ਼ਤੇ ਅੰਦਰ ਇਹ ਘੱਲੂਘਾਰਾ ਵਾਪਰਿਆ। 1 ਜੂਨ ਤੋਂ ਲੈ ਕੇ ਲਗਾਤਾਰ 6 ਜੂਨ ਤੱਕ ਇਹ ਘੱਲੂਘਾਰਾ ਵਾਪਰਦਾ ਰਿਹਾ ਹੈ। ਇਸ ਘੱਲੂਘਾਰੇ ਦੇ ਅੰਦਰ ਵੀ ਕੌਮ ਦਾ ਬਹੁਤ ਭਾਰੀ ਨੁਕਸਾਨ ਹੋਇਆ। ਇਹ ਹੈ ਕਿ ਘੱਲੂਘਾਰਾ ਕਦੋਂ ਵਾਪਰਿਆ, ਘੱਲੂਘਾਰੇ ਦਾ ਅਰਥ ਕੀ ਹੈ। 1 ਜੂਨ ਤੋਂ ਲੈ ਕੇ 6 ਜੂਨ ਤੱਕ 1984 ਅੰਦਰ ਇਹ ਘੱਲੂਘਾਰਾ ਵਾਪਰਦਾ ਹੈ। ਪਰ ਇਹ ਘਟਨਾ ਕਿਵੇਂ ਵਾਪਰੀ, ਇਸ ਘਟਨਾ ਦੇ ਪਿੱਛੇ ਕਾਰਨ ਕੀ ਸੀ, ਇਸ ਘੱਲੂਘਾਰਾ ਇਹ ਕਿਉਂ ਵਾਪਰਿਆ ਤੇ ਕਿਵੇਂ ਵਾਪਰਿਆ, ਇਹ 2 ਸਵਾਲ ਸਾਡੇ ਸਾਹਮਣੇ ਖੜੇ ਨੇ। ਹੁਣ ਇਹ ਘਟਨਾ ਕਿਵੇਂ ਵਾਪਰੀ, ਕਿਵੇਂ ਇਹ ਘੱਲੂਘਾਰਾ ਵਰਤਾਇਆ ਗਿਆ, ਤੇ ਖਿਆਲ ਕਰਨਾ ਸਮੇਂ ਦੀ ਹਕੂਮਤ ਨੇ ਇਹੋ ਜਿਹੀ ਕਾਰਵਾਈ ਇਨਸਾਨੀਅਤ ਤੋਂ ਨੀਵਾਂ ਗਿਰ ਕੇ ਫੌਜੀ ਕਾਰਵਾਈ ਉੱਥੇ ਕੀਤੀ। ਹਰੇਕ ਤਰ੍ਹਾਂ ਦਾ ਅਸਲਾ ਉਸ ਕਾਰਵਾਈ ਦੇ ਅੰਦਰ ਪੇਸ਼ ਕੀਤਾ ਗਿਆ ਹੈ, ਚਾਹੇ ਬੰਬ ਹੋਣ, ਚਾਹੇ ਟੈਂਕ ਹੋਣ, ਅਥਰੂ ਗੈਸ ਦੇ ਗੋਲੇ ਹੋਣ, ਚਾਹੇ ਸਰੋਵਰ ਦੇ ਪਵਿੱਤਰ ਪਾਣੀ ਅੰਦਰ ਜ਼ਹਿਰ ਘੁਲਣ ਦੀ ਗੱਲ ਹੋਵੇ। ਮਾੜੇ ਤੋਂ ਮਾੜਾ ਵਰਤਾਵਾ ਕਰਕੇ ਇਹ ਜਿਹੜਾ ਘੱਲੂਘਾਰਾ ਹੈ ਉਹ ਵਰਤਾਇਆ ਗਿਆ। ਹੈਲੀਕਾਪਟਰ ਉੱਤੋਂ, ਹੈਲੀਕਾਪਟਰ ਦੇ ਰਾਹੀਂ ਬੰਬ ਸੁੱਟਣੇ, ਟੈਂਕਾਂ ਰਾਹੀਂ, ਤੋਪਾਂ ਰਾਹੀਂ, ਬੰਦੂਕਾਂ ਰਾਹੀਂ, ਗੈਸਾਂ ਰਾਹੀਂ। ਹੁਣ ਇਸ ਤਰੀਕੇ ਨਾਲ ਇਹ ਘੱਲੂਘਾਰਾ ਵਰਤਾਇਆ ਗਿਆ ਹੈ। ਤੇ ਜਿਹੜੀ ਫੌਜੀ ਕਾਰਵਾਈ ਹੋਈ ਉਹ ਇਨਸਾਨੀਅਤ ਤੋਂ, ਇਖਲਾਕ ਤੋਂ ਨੀਵਾਂ ਕਰਕੇ ਉੱਥੇ ਕਾਰਵਾਈ ਕੀਤੀ ਗਈ ਹੈ। ਹੁਣ ਰੋਸ ਵੀ ਹੈ ਮਨ ਅੰਦਰ। ਰੋਸ ਇਸ ਕਰਕੇ ਹੈ ਕਿਉਂਕਿ ਉੱਥੇ ਬੜੇ ਸ਼ਰਧਾਲੂ ਸਨ ਜੋ ਸੰਘਰਸ਼ ਵਿੱਚ ਹਿੱਸਾ ਨਹੀਂ ਸਨ ਲੈ ਰਹੇ। ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਤੇ ਉੱਥੇ ਨਤਮਸਤਕ ਹੋਣ ਆਏ ਸਨ, ਸੀਸ ਝੁਕਾਉਣ ਵਾਸਤੇ, ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਆਏ ਸਨ। ਪਰ ਸਮੇਂ ਦੀ ਹਕੂਮਤ ਵੱਲੋਂ ਵੀ ਉਹੀ ਦਿਨ ਚੁਣਿਆ ਗਿਆ ਹੈ। ਜਿਹੜੇ ਅੰਦਰ ਗਏ ਨੇ ਨਤਮਸਤਕ ਹੋਣ ਵਾਸਤੇ, ਜਾਣ ਕੇ ਦਿੱਤਾ ਗਿਆ ਪਰ ਬਾਹਰ ਨਹੀਂ ਆਉਣ ਦਿੱਤਾ ਗਿਆ, ਕਮਰਿਆਂ ਵਿੱਚ ਬੰਦ ਕਰ ਦਿੱਤਾ ਗਿਆ। ਪਾਬੰਦੀ ਲਾ ਦਿੱਤੀ ਗਈ ਕਿ ਤੁਸੀਂ ਚਲੇ ਤੇ ਗਏ ਹੋ ਪਰ ਹੁਣ ਵਾਪਸ ਨਹੀਂ ਆ ਸਕਦੇ, ਬਾਹਰ ਨਹੀਂ ਨਿਕਲ ਸਕਦੇ। ਤੇ ਐਸੀ ਕਾਰਵਾਈ ਇਨਸਾਨੀਅਤ ਤੋਂ ਨੀਵੇਂ ਗਿਰ ਕੇ ਜਿਹੜੇ ਆਮ ਲੋਕ ਸਨ, ਸ਼ਰਧਾਲੂ ਸਨ, ਸਿੱਖ ਸੰਗਤ ਸੀ, ਉਹਨਾਂ ਦੇ ਨਾਲ ਕੀਤੀ ਗਈ। ਬੱਚੀਆਂ ਦੀ, ਇਸਤਰੀਆਂ ਦੀ, ਸਿੱਖ ਬੀਬੀਆਂ ਦੀ ਇੱਜ਼ਤ ਤੇ ਹੱਥ ਪਾਇਆ ਗਿਆ। ਪਿਆਸੇ ਪਾਣੀ ਤੋਂ ਤੜਫਾ ਕੇ ਮਾਰਿਆ ਗਿਆ, ਧੱਕਾ ਕੀਤਾ ਗਿਆ, ਜ਼ੁਲਮ ਕੀਤਾ ਗਿਆ। ਆਮ ਸਿੱਖ ਸੰਗਤਾਂ ਦੇ ਨਾਲ, ਆਮ ਸ਼ਰਧਾਲੂਆਂ ਦੇ ਨਾਲ ਇਹ ਜਿਹੜੀ ਫੌਜ ਨੂੰ ਆਪਾਂ ਰਖਵਾਲੇ ਮੰਨਦੇ ਹਾਂ, ਪਰ ਉਹਨਾਂ ਨੇ ਆਪਣੀ ਪ੍ਰਜਾ ਦੇ ਨਾਲ ਐਸੀ ਬਦਸਲੂਕੀ ਕੀਤੀ।
कि जिन्हां नूं शब्दां विच बयान नहीं किया जा सकता। हुण इह ते उन्हां दे जुल्म होया जिहड़े श्रद्धालु सिख मत्था टेकण वास्ते गुरपुरब मनाउण वास्ते श्री दरबार साहिब की धरती ते इकट्ठे होए सन। उन्हां उत्ते इहो जे हमले होए, कतल कर दिते गए। छोटे छोटे बच्चे जो मां की गोद अंदर दुध पी रहे सन, उन्होंने भी बख्शिया नहीं गया। मावा दियां गोदां तो बच्चे खो के थले फर्श ते चुक चुक के वारे गए। प्यासिया नूं अत दी गर्मी अंदर पीण नूं पानी नहीं दिता गया। जे पीण वास्ते पानी भी मंगदा है ते उहदे नाल भी बदसलूकी की जाती है। यह है जिहड़ी फौजी कार्रवाई उस समय इंसानियत तो नीवा कह के उत्थे की गई। पर दूसरे पासे जिहड़े इस संघर्ष में शामिल सन, इतिहासकार लिखते सन कि जुझारू सिंह ते केवल 150 के करीब सन, जिन्हां दे अंदरों बाबर अकाली उस लहर के जिहड़े जुझारू सन, भाई सुखदेव सिंह। इसी तरह दमदमी टकसाल के सिख जुझारू संत जरनैल सिंह जी पिंडरां वाले, भाई अमरीक सिंह जी, बाबा ठाहर सिंह जी अते जरनल शपेक सिंह जी, जिस सारी जिन्हां की निगरानी हेठ ये सारी मोर्चाबंदी हुई सी। जिहड़ी समय की हुकूमत आख रही सी, समय की फौज आख रही सी कि असीं कुछ समय के अंदर ही, कुछ घंटिया अंदर ही इस मोर्चे की फतेह पा लवांगे, गिरफ्तार कर लवांगे, सानू कुछ घंटे ही चाहिए ने। पर अगों जिहड़ी मोर्चाबंदी हुई सी जरनल सुपेग सिंह की अगवाई हेठ, वो इहो जी कमाल की मोर्चाबंदी सी कि जिस मोर्चाबंदी ने फौज के भी हाथ खड़े करवा दिते। ये नहीं पता लग रहा कि गोलियां आ कित्थों रही ने, मोर्चाबंदी किस जगह पे हुई है, हाथ खड़े कर दिते फौज ने। इन्नी कमाल की जी मोर्चाबंदी सी। पर अखीर इस फायरिंग नाल इस तरह फौज का नुकसान हो रहा सी। पर फिर दूसरे हथकंडे अपनाए गए, दूसरे तरीके वरते गए। टैंक लैके आंदे गए, टैंका दे राही जिथे मोर्चे लगे हुए सन उत्थे टैंक के गोले दागे गए, हैलीकॉप्टर राही तो बम सुटे गए, अथरू गैस के गोले वो चलाए गए। हुण इस तरीके दे नाल ये घटनाक्रम इस घल्लूकारे के अंदर 1 जून तो लैके 6 जून तक लगातार इसी तरीके की जी कार्रवाई है वो लगातार होती है। हुण इस पिछले जो घल्लूकारे आपां विचारिया है, जो वो घल्लूकारे वापरे उन्हां तो वध ये खतरनाक घल्लूकारा सी, क्योंकि इहदे इस घल्लूकारे अंदर एक तो गुरु धामां की बेअदबी हुई। सिख का केंद्री जो अस्थान है, सिख के दिल की धड़कन है, जो श्री दरबार साहिब, श्री अकाल तख्त साहिब, इस घल्लूकारे के अंदर इन्हां पवित्र स्थानां की भी बेअदबी हुई है। दूसरा नंबर कि इस घल्लूकारे के अंदर सिख कौम का जिहड़ा कीमती सरमाया सी, इतिहास सी, साहित्य सी, लाइब्रेरी सी, कीमती सरमाया सी जो सिख कौम का, उसनूं भी साड़ के राख कर दिता गया, इतिहास नूं खत्म कर दिता गया। जिहड़े कीमती स्रोत सन, उस तो अगे कि जिथे गुरु धामां दी, श्री गुरु ग्रंथ साहिब महाराज जी की बेअदबी, पवित्र स्थानां की बेअदबी,
ਲਾਇਬ੍ਰੇਰੀ ਸਿੱਖ ਕੌਮ ਦਾ ਕੀਮਤੀ ਜਿਹੜਾ ਸਾਹਿਤ ਸੀ, ਇਸ ਘੱਲੂਘਾਰੇ ਦੇ ਅੰਦਰ ਜਿੱਥੇ ਉਸ ਦਾ ਨੁਕਸਾਨ ਹੋਇਆ ਤੇ ਉੱਥੇ ਨੁਕਸਾਨ ਆਮ ਸ਼ਰਧਾਲੂਆਂ ਦਾ ਜੋ ਮੱਥਾ ਟੇਕਣ ਵਾਸਤੇ ਗੁਰੂ ਘਰ ਆਏ ਸਨ, ਗੁਰਪੁਰਬ ਮਨਾਉਣ ਵਾਸਤੇ, ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਵਾਸਤੇ ਆਏ ਸਨ, ਉਹਨਾਂ ਸ਼ਰਧਾਲੂਆਂ ਦਾ ਵੀ ਜਾਨੀ ਮਾਲੀ ਨੁਕਸਾਨ ਹੋਇਆ। ਉਹਨਾਂ ਸ਼ਰਧਾਲੂਆਂ ਨੂੰ ਵੀ ਬਿਨਾਂ ਵਜ੍ਹਾ ਤੋਂ ਉੱਥੇ ਖਤਮ ਕਰ ਦਿੱਤਾ ਗਿਆ, ਮਾਰ ਦਿੱਤਾ ਗਿਆ। ਹੁਣ ਇਹ ਘੱਲੂਘਾਰਾ ਦੂਸਰੇ ਘੱਲੂਘਾਰਿਆਂ ਤੋਂ ਵੱਧ ਖਤਰਨਾਕ ਹੈ ਕਿ ਸਮੇਂ ਦੀ ਹਕੂਮਤ, ਘੱਲੂਘਾਰੇ ਦਾ ਅਰਥ ਹੀ ਹੈ ਕਿ ਸਰਵਨਾਸ਼ ਕਰਨਾ, ਨਾਮੋ ਨਿਸ਼ਾਨ ਮਿਟਾ ਦੇਣਾ। ਤੇ ਪਹਿਲਾਂ ਅਰਜ਼ ਕੀਤੀ ਸੀ ਕਿ ਘੱਲੂਘਾਰਾ ਬਹੁਤ ਕੁਝ ਆਪਣੇ ਅੰਦਰ ਸਮੇਟ ਕੇ ਬੈਠਾ ਹੈ, ਜਿਸ ਨੂੰ ਜਿੰਨਾ ਬਿਆਨ ਕਰਾਂਗੇ ਅਸੀਂ ਓਨਾ ਥੋੜਾ ਹੈ, ਤੇ ਸ਼ਬਦਾਂ ਵਿੱਚ ਬਿਆਨ ਕਰਨਾ ਵੀ ਮੁਸ਼ਕਲ ਹੈ। ਇਸ ਘੱਲੂਘਾਰੇ ਦੇ ਅੰਦਰ ਇੱਕ ਤੇ ਸਾਡੀ ਸਮੇਂ ਦੀ ਜਿਹੜੀ ਲੀਡਰਸ਼ਿਪ ਸੀ, ਉਹਦੀਆਂ ਕਮਜ਼ੋਰੀਆਂ, ਇਸ ਤਰ੍ਹਾਂ ਕਹਿ ਰਹੀ ਕਿ ਉਹਦੀਆਂ ਗਦਾਰੀਆਂ, ਇਹ ਵੀ ਇਸ ਘੱਲੂਘਾਰੇ ਵਿੱਚ ਪਈਆਂ ਹੋਈਆਂ ਨੇ। ਇਸ ਘੱਲੂਘਾਰੇ ਦੇ ਅੰਦਰ ਇਸ ਤੋਂ ਅੱਗੇ ਸਿੰਘਾਂ ਦੀਆਂ ਮਹਾਨ ਕੁਰਬਾਨੀਆਂ, ਜੇ ਮਨੁੱਖੀ ਬੰਬ ਬਣ ਕੇ ਆਪਣੇ ਹੱਕਾਂ ਵਾਸਤੇ, ਕੌਮ ਵਾਸਤੇ, ਭਲੇ ਵਾਸਤੇ, ਇਨਸਾਨੀਅਤ ਦੇ ਭਲੇ ਵਾਸਤੇ, ਮਨੁੱਖੀ ਹੱਕਾਂ ਵਾਸਤੇ ਜਿਹੜੇ ਮਨੁੱਖੀ ਬੰਬ ਬਣ ਕੇ ਜਿਨ੍ਹਾਂ ਨੇ ਆਪਣਾ ਆਪ ਕੁਰਬਾਨ ਕਰ ਦਿੱਤਾ, ਇਸ ਘੱਲੂਘਾਰੇ ਅੰਦਰ ਉਹਨਾਂ ਸ਼ਹੀਦਾਂ ਦੀਆਂ ਵੀ ਮਹਾਨ ਕੁਰਬਾਨੀਆਂ ਛੁਪੀਆਂ ਹੋਈਆਂ ਨੇ। ਜੇ ਇੱਕ ਇੱਕ ਸ਼ਹੀਦ ਦਾ ਅਸੀਂ ਜ਼ਿਕਰ ਕਰਾਂਗੇ ਤੇ ਇੱਕ ਇੱਕ ਸ਼ਹੀਦ ਤੇ ਇੱਕ ਇੱਕ ਕਿਤਾਬ ਲਿਖੀ ਜਾ ਸਕਦੀ ਹੈ। ਭਾਵ ਇੰਨਾ ਜਜ਼ਬਾ, ਇੰਨੀ ਦ੍ਰਿੜਤਾ, इन्ना अंदर चाह, कबीर मोह मरने का चाओ है, मरो का हर के द्वार, मत हर पूछे कौन है, परा हमारे बार। कोई खौफ नहीं अंदर, कोई डर नहीं। ये भी इस घल्लूघारे अंदर ये भी महान कुर्बानियां पईयां होईयां ने। उस तो अगे इस घल्लूघारे अंदर समय की हुकूमत, समय की जो सरकार है, उसदियां बेइंसाफियां, समय की हुकूमत वालों जो धक्का किया जा रहा है, जुल्म किया जा रहा है, हक नहीं दिते जा रहे, वो सारा कुछ भी इस तीसरे घल्लूघारे के अंदर समाया हुआ है। तीन गल्लां समाइया हुई ने। घल्लूघारा तीन गल्लां समेट के बैठा है कि अपनी लीडरशिप दीयां गदारियां, ਸਿੰਘਾਂ ਦੀਆਂ महान कुर्बानियां ਅਤੇ ਸਮੇਂ ਦੀ ਸਰਕਾਰ ਵੱਲੋਂ ਕੀਤਾ ਹੋਇਆ ਧੱਕਾ। ਹੁਣ ਇਹ ਦੋ ਗੱਲਾਂ ਨੂੰ ਅਸੀਂ ਵਿਚਾਰਿਆ ਹੈ ਕਿ ਘਟਨਾਕ੍ਰਮ ਕਦੋਂ ਵਾਪਰਿਆ ਤੇ ਕਿਵੇਂ ਵਾਪਰਿਆ, ਇਸ ਨੂੰ ਆਪਾਂ ਵਿਚਾਰਿਆ ਹੈ। ਪਰ ਇਸ ਤੋਂ ਜਿਹੜੀ ਅਹਿਮ ਗੱਲ ਹੈ ਉਹ ਇਹ ਹੈ ਕਿ ਘਟਨਾਕ੍ਰਮ ਇੱਕ ਘੱਲੂਘਾਰਾ ਵਾਪਰਿਆ ਕਿਉਂ ਹੈ। ਮੈਂ ਪਹਿਲਾਂ ਅਰਜ਼ ਕੀਤੀ ਸੀ ਕਿ ਜਿਹੜੀ ਕੌਮ अपनी सिद्धांतां नाल समझौता कर लैंदी है, जां जिहड़ी कौम गुलामी नूं प्रवानगी दे दिंदी है, उस कौम ते कदी भी एक घल्लूघारे नहीं वापरदे, साकी नहीं वापरदे। हाँ, उस कौम ते घल्लूघारे ते साकी वापरदे ने जिहड़ी कौम सच दे नाल, हक नाल, सिद्धांतां नाल कदी समझौता नहीं करदी। सारा इतिहास पढ़ के देखिए, सब के पिछे वो कारण है। जिंदगी मिलती सी पर कहते सन असूल त्यागने पैणगे, सिद्धांत छड्डने पैणगे। जिन्हां हक्कां दी तुसीं गल कर रहे हो, इस नूं त्याग दो, तुहानूं जिंदगी मिलेगी, सब कुछ मिलेगा, शौहरत मिलेगी, अहुदे मिलणगे। पर जिहड़े समझौता कर लैंदे ने उन्हां ते घल्लूघारे नहीं वापरदे, पर जिहड़े समझौता नहीं करते उन्हां ते घल्लूघारे वापरदे। इस घल्लूघारे के पिछे जिहड़ा अहम कारण खलोता होया, इस घल्लूघारे की जो जड़ है वो ये है कि श्री आनंदपुर साहिब दा मता।
कि उस मते अंदर पंजाब के हकों की गल है, कुछ धार्मिक हकों की गल है, कुछ पंजाब के हकों की गल है। ये हुण घल्लूकारे की जड़ है। कारण की सी, क्यों ये घल्लूकारा वापरिया? क्योंकि असी ये तो समझने हाँ कि कदों वापरिया, किवें वापरिया ये घटनाक्रम, पर जिहड़ी अहम गल हुंदी है वो साडे ज़हन तो बाहर निकल जाती है कि भाई ये घल्लूकारे दे पिछे कारण की सी, क्यों इन्ना वड्डा घल्लूकारा वापर गया। जिन्ना चिर कारण नूं ना समझांगे उन्ना चिर असी घल्लूकारे नूं समझ नहीं सकते, इन्हां शहादतां नूं समझ नहीं सकते। फिर ते कारण वो कोई फिरका प्रस्त नहीं सन, जिहड़े कारण सन कोई हिंसा फैलाउण वाले नहीं सन। वो कारण ते कुछ धार्मिक मंगा सन, कुछ पंजाब के हकों वास्ते पंजाब के लोगों दी मंगा सन। जिवें पंजाब के पानी का मसला, कि पंजाब के अंदर बहुता वर्ग किरसानी का है, कि फसल ते पानी के सिर ते खलोती है। जे पानी ना होएगा तो फिर पंजाब का जिहड़ा आर्थिक पक्ष है, किसान है, वो बहुत कमजोर होवेगा, क्योंकि पंजाब किरसानी का इलाका है। तो फसल वास्ते किसान नूं पानी चाहिए है, तां फसल पैदा हो सकती है। हुण पहला मसला पंजाब के पानी का सी। दूसरा जिहड़ा अहम मसला सी वो कि श्री अमृतसर साहिब नूं पवित्र शहर का दर्जा दिता जाए। जिवें होर भी सनातनी धर्म के जिथे महान धार्मिक केंद्र ने, उन्हां शहरां नूं पवित्र शहर का दर्जा दिता होया है कि इत्थे कोई नशा नहीं विक सकता, कोई तंबाकू, कोई शराब इत्यादि जिन्ने भी नशे ने इस शहर विच नहीं विक सकते। हुण ये भी एक मंग सी कि सिख कौम का एक केंद्री स्थान है, पर इसनूं पवित्रता का दर्जा दिता जाए। हुण ये मंग, इस मंग के अंदर किन्ना को फिरका प्रस्त है, एक किन्नी को मंग माड़ी है, बड़ी साधारण मंग। इसी तरह की गुरबाणी दा कीर्तन उदा संसार रेडियो ते कीता जाए, ये भी मंग सी। किसानां नूं जिहड़े फसलां दे हक ने पूरे दिते जाण, जायज़ हक वो दिते जाण, इत्यादि कुछ पंजाब के हकों दियां ते कुछ धार्मिक हकों दियां जिहड़ियां मंगां सन सरकार कोल। पंजाब की राजधानी की गल सी, भाषा की बोली की गल सी। हुण ये सारियां ही पंजाब के हकों दियां गल्लां सन, पर समय की सरकार कहती कि नहीं, सानूं ये परवाह नहीं, असी हक मन नहीं सकते, ये जिहड़ियां मंगां ने पूरियां नहीं कर सकते, ये हक तुहानूं दे नहीं सकते। हुण उस हकां की प्राप्ति वास्ते जिहड़े 83 तो पहला लगातार धर्म युद्ध मोर्चे आरंभ हुए ने। लंबा समा ये धर्म युद्ध मोर्चे चलते रहे हैं, गिरफ्तारियां होंदियां रहियां ने। श्रोमणी अकाली दल वालों भी इस धर्म युद्ध मोर्चे अंदर हिस्सा लिया गया है, पर जो अखीर शिखर आया वखरी गल है कि समय के लीडरां ने कुछ गदारियां कीतियां, पर जिहड़ी कथनी ते करनी दे सुरे सन, सुरमे सन, वो जो गुरु चरणां विच अरदास कीती सी धर्म युद्ध मोर्चे नूं सफल करन दी, उन्होंने अखीरले सवास तक अपनी जिहड़ी अरदास दा प्रण सी निभाया, भाव की गदारी नहीं की, उस वचन तो मोह नहीं मोड़िया, पर हाँ अखीरले सवास तक उन्हां हकां लई वो खड़े रहे, उन्हां हकां दी वो मंग करते रहे। पर यह सी आनंदपुर साहिब का मता, जिसनूं होर भी असीं पढ़ांगे तो बड़े मते होर भी साडे सन्मुख आउणगे कि इस तीसरा घल्लूकारा जो 84 के अंदर वापरिया, इसकी जड़ की सी।
पर 1 जून तो लैके 6 जून तक ये लगातार ਜਿਹੜਾ ਘੱਲੂਘਾਰਾ ਵਾਪਰਦਾ ਰਿਹਾ ਤੇ ਜਿਹੜੇ ਇਸ ਸੰਘਰਸ਼ ਦੇ ਵਿੱਚ ਹਿੱਸਾ ਲੈਣ ਵਾਲੇ ਸਨ, ਕਿਸੇ ਨੇ ਵੀ ਸਮੇਂ ਦੀ ਹਕੂਮਤ ਦਾ ਭੈ ਮੰਨਦਿਆਂ ਹੋਇਆ ਕਿਸੇ ਨੇ ਵੀ ਅੱਗੇ ਜਾ ਕੇ ਸੀਸ ਨਹੀਂ ਝੁਕਾਇਆ, ਬਲਕਿ ਸੂਰਮਿਆਂ ਵਾਂਗ, ਬਹਾਦਰਾਂ ਵਾਂਗ ਅੱਗੇ ਜਾ ਕੇ ਟੱਕਰ ਲੈਂਦਿਆਂ ਹੋਇਆ ਸ਼ਹੀਦੀਆਂ ਦਾ ਜਾਮ ਪੀਤਾ। अपने इस शरीर को गुरु चरणों के लेखे लाया, पंथ के लेखे, कौम के लेखे, हकां के लेखे वास्ते अपने शरीर को भुला के सदा ही जिहड़ा कौम का सीस सी उसनूं उच्चा चुक्या। ऐसे महान जिहड़े कुर्बानियां देने वाले महान जिहड़े सूरबीर ने, जिन्हां दे अंदरों कुछ अहम नाम असीं लैंदे हां। सब शहीदां दा सत्कार इक्को जिहा है, जिवें संत जरनैल सिंह जी, भाई सुखदेव सिंह जी बब्बर, भाई महिंगा सिंह जी, बाबा ठार सिंह जी, भाई रछपाल सिंह जी, जनरल सुबेग सिंह जी, भाई अमरीक सिंह जी इत्यादि ये जिहड़े संघर्ष की अगवाई कर रहे सन, पर अखीरले दम तक इस संघर्ष की अगवाई करदियां होया, टक्कर लैंदियां होया जोध की शहीदियां दा जिहड़ा जाम सी वो पीता। सो ये जो दिहाड़ा चल रहा है ये शहीदियां दा है, 1 जून तो लैके 6 जून तक। सो अज आपां इस घल्लूघारे की संखेप विच कदों किवें ते किन्हां कारणां करके घल्लूघारा वापरिया, सो उसकी विचार आपां कीती है। ते कोटान कोट नमन है, प्रणाम है उन्हां महान शहीदां नूं जिन्हां ने कौम वास्ते, पंथ वास्ते अपनियां कुर्बानियां दे के जिहड़ा सिख कौम का सिर सी उसनूं उच्चा कीता, उसनूं उतां चुकिया। सो होई भुल चुक दी खिमा, प्यार अदब सत्कार नाल आखो जी वाहिगुरू जी का खालसा, वाहिगुरू जी की फतेह।